आसाम तुरे फिरते हैं कि असीं बीजेपी नूं हराउणा। मैं अज इन्हां नूं चैलेंज करदा, ये बीजेपी नूं नहीं हरा सकते। उत्थे किसानां दीयां वोटां सानूं मिलदियां ने। ਤੁਸੀਂ ਇਹ ਜੋ ਚਿੱਠੀ ਲਿਖੀ ਸੀ ਤੁਹਾਨੂੰ ਵੀ ਬੀਬੀ ਜਗੀਰ ਕੌਰ ਨੇ ਪਲਟ ਕੇ ਜਵਾਬ ਦਿੱਤਾ ਕਿ ਹਰਜੀਤ ਗਰੇਵਾਲ ਨਸੀਹਤ ਨਾ ਦੇਣ, ਆਪਦੀ ਗੱਲ ਨਾਲ ਗੱਲ ਰੱਖਣ, ਮਤਲਬ ਨਾਲ ਮਤਲਬ ਰੱਖਣ, ਸਾਨੂੰ ਨਸੀਹਤ ਦੇਣ ਦੀ ਲੋੜ ਨਹੀਂ ਹੈਗੀ। ਉਹ ਕੋਈ ਮੈਂ ਕੋਈ ਇਸ ਤਰ੍ਹਾਂ ਦਾ ਗੱਲ ਥੋੜ੍ਹਾ ਕੀਤਾ ਵੀ ਕੋਈ ਮੈਂ ਬੀਬੀ ਜੀ ਦਾ ਵਿਰੋਧ ਕਰਨ ਲੱਗ ਗਿਆ ਜਾਂ ਮੈਂ ਕੋਈ ਗੁਰਦੁਆਰਾ ਪ੍ਰਬੰਧ ਦੇ ਵਿੱਚ ਜਾਣਾ। ਰਿਜੈਕਟ ਦੀ ਚੀਜ਼ ਕਰ ਦਿੱਤੀ, ਹੁਣ ਤੁਸੀਂ ਅੱਗੇ ਕੀ ਕਰੋਗੇ? ਚਿੱਠੀ ਲਿਖੀ ਤੁਸੀਂ, ਜਵਾਬ ਤੁਹਾਨੂੰ ਮਿਲ ਗਿਆ, ਨਸੀਹਤ ਦੇ ਨਾ ਤੁਹਾਡੇ ਕੋਲ ਰੱਖੀ ਜਾਂਦਾ ਗੱਲ, ਇੱਥੋਂ ਪਬਲਿਕ ਦੇ ਕੋਲ ਗੱਲ ਜਾ ਰਹੀ ਹੈ। ਪਬਲਿਕ ਹੀ ਬੈਠੀ ਨਾ, ਕਿਸਾਨ ਵੀ ਤਾਂ ਪਬਲਿਕ ਨੇ ਜੋ ਦਿੱਲੀ ਜਾ ਕੇ ਬੈਠੇ ਨੇ, ਜੋ ਬਿੱਲ ਰੱਦ ਕਰਵਾਉਣਾ ਚਾਹੁੰਦੇ ਨੇ। ਫਿਰ ਤੁਸੀਂ ਨਕਸਲਵਾਦੀ ਵੀ ਕਹਿ ਦਿੰਦੇ ਵਿੱਚ ਉਹ ਵੀ ਬੜੇ ਨੇ, ਅਲੱਗ-ਅਲੱਗ ਤਰੀਕੇ ਨਾਮ ਦੇ ਦੇ। ਇਹੀ ਕਿਸਾਨ ਨੇਤਾ ਸਾਰੇ ਕੀ ਕਹਿੰਦੇ ਆ ਕਿ ਸਾਨੂੰ ਹਰਚੰਦ ਸਿੰਘ ਲੌਂਗੋਵਾਲ ਬਣਾਉਣਾ। ਅਸੀਂ ਤਾਂ ਲੋਕਾਂ ਨੂੰ ਸਮਝਾ ਕੇ ਲਿਆਏ ਸੀ ਅਸੀਂ ਕਾਨੂੰਨ ਰੱਦ ਕਰਾ ਕੇ ਆਵਾਂਗੇ। ਅਸੀਂ ਤਾਂ ਇਹ ਸ਼ਬਦ ਕਹਾਉਣਾ, ਨਹੀਂ ਸਾਨੂੰ ਉਹ ਮਾਰ ਦੇਣਗੇ। ਸਾਨੂੰ ਸਰਕਾਰ ਧੱਕੇ ਨਾਲ ਕਹਿ ਰਹੀ ਹੈ ਅਸੀਂ ਤਾਂ ਰੇਲਵੇ ਟਰੈਕ ਬਣਾਉਣਾ, ਅਸੀਂ ਇੱਥੋਂ ਦੀ ਸੜਕਾਂ ਬਣਾਉਣੀਆਂ, ਸਾਨੂੰ ਜ਼ਮੀਨ ਦਿਓ। ਸੜਕਾਂ ਤੇ ਰੇਲਵੇ ਟਰੈਕ ਤਾਂ ਬਣਨੇ ਹੀ ਨੇ। ਨਹੀਂ, ਰਾਏਪੁਰ ਵਿੱਚ ਵੀ ਤੁਹਾਡੇ ਖਿਲਾਫ ਬੋਰਡ ਲਗਾ ਦਿੱਤੇ ਗਏ ਸੀ ਵੀ ਹਰਜੀਤ ਗਰੇਵਾਲ ਨੂੰ ਪਿੰਡ 'ਚ ਨਹੀਂ ਵੜਨ ਦੇਣਾ, ਤੁਸੀਂ ਖੁਦ ਕੀਤਾ ਸੀ। ਕਿਹਨੇ ਰੋਕਿਆ ਮੈਨੂੰ? ਕਿਹਨੇ ਰੋਕਿਆ? ਮੈਂ ਤੁਰਿਆ ਤਾਂ ਫਿਰਦਾ ਰਹਿਣਾ ਰੋਜ਼, ਕੱਲ੍ਹ ਵੀ ਉੱਥੇ ਹੀ ਸੀ। 26 ਤਰੀਕ ਦਾ ਜ਼ਿਕਰ ਕਰ ਰਹੇ ਹੋ, 3 ਨੌਜਵਾਨ ਮਰੇ ਨੇ, ਗੋਲੀਆਂ ਵੀ ਚੱਲੀਆਂ ਨੇ ਤੇ ਉੱਥੇ ਲਾਠੀ ਚਾਰਜ ਵੀ ਹੋਇਆ। ਆਪਾਂ ਸਾਰਾ ਕੁਝ ਦੇਖਿਆ, ਤੁਸੀਂ ਮੀਡੀਆ ਵਿੱਚ ਦੇਖਿਆ, ਇਸ ਚੀਜ਼ ਤੁਸੀਂ ਇਨਕਾਰ ਨਹੀਂ ਕਰ ਸਕਦੇ। ਪੁਲਿਸ ਨੇ ਕੋਈ ਗੋਲੀ ਨਹੀਂ ਚਲਾਈ, ਉਹ ਤਾਂ ਟਰੈਕਟਰ ਜਾ ਕੇ ਉਹਦੇ ਬੈਰੀਕੇਡ ਲੱਗੇ ਹੋਏ ਸੀ, ਉਹਦੇ 'ਚ ਲੱਗਿਆ ਤੇ ਜਾ ਕੇ ਪਲਟੀ ਖਾ ਗਿਆ। ਜੋ SGPC ਸਮਾਨ ਭੇਜਦੀ ਹੈ ਉਸ ਦੇ ਪੈਸੇ ਤੇ ਵੀ ਇਤਰਾਜ਼ ਹੈ ਵੀ ਪੈਸਾ ਜਿਹੜਾ ਹੈਗਾ ਲੋਕਾਂ ਦਾ ਹੈਗਾ, ਉਹ ਨਹੀਂ ਸਹੀ ਜਗ੍ਹਾ ਵਰਤਿਆ ਜਾਣਾ ਚਾਹੀਦਾ। ਔਰ ਕਿਸਾਨ ਜਿਹੜੇ ਸੁਸਾਈਡ ਕਰਦੇ ਨੇ ਉਹਨਾਂ ਦੀ ਵੀ ਡੈਥ ਹੁੰਦੀ ਹੈ। ਕੀ ਉਹ ਸਾਰਿਆਂ ਨੂੰ ਇਹ ਪੈਸਾ ਦੇਵੇਗੀ ਸ਼੍ਰੋਮਣੀ ਕਮੇਟੀ? ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕਰੇਗੀ? ਤੁਸੀਂ ਚਿੱਠੀ ਲਿਖੀ, ਤੁਹਾਡਾ ਵਿਰੋਧ ਬੜਾ ਹੋ ਰਿਹਾ ਕਿ ਗਰੇਵਾਲ ਸਾਹਿਬ ਨੂੰ ਚਿੱਠੀ ਲਿਖਣੀ ਚਾਹੀਦੀ ਸੀ, ਤੁਸੀਂ ਵੀ ਇੱਕ ਸਿੱਖੋਂ ਨਹੀਂ ਲਿਖਣੀ ਚਾਹੀਦੀ ਸੀ, ਲੋਕ ਹੁਣ ਵਿਰੋਧ ਕਰਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਸ ਤਰੀਕੇ ਨਾਲ ਕਿਸਾਨ ਜੋ ਨੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ 3 ਬਿੱਲ ਰੱਦ ਕਰਵਾਉਣ ਵਾਸਤੇ, ਹੁਣ BJP ਨੇ ਇੱਕ ਚਿੱਠੀ ਲਿਖੀ ਸੀ ਬੀਬੀ ਜਗੀਰ ਕੌਰ ਨੂੰ ਕਿ ਜੋ ਵੀ ਸੇਵਾ ਪਾਣੀ ਹੋ ਰਿਹਾ ਉੱਥੇ SGPC ਵੱਲੋਂ ਉਸ ਨੂੰ ਬੰਦ ਕਰ ਦੇਣਾ ਚਾਹੀਦਾ। ਭਾਵ ਲੰਗਰ ਦਾ ਨਹੀਂ ਹੈ, ਲੰਗਰ ਚੱਲ ਸਕਦਾ, ਲੰਗਰ ਤੇ BJP ਨੂੰ ਕੋਈ ਵੀ ਆਬਜੈਕਸ਼ਨ ਨਹੀਂ ਹੈ। ਜਿਸ ਤਰੀਕੇ ਨਾਲ ਉੱਥੇ ਇੱਟਾਂ ਦੀ ਸੇਵਾ, ਪੱਖੇ ਦਿੱਤੇ ਜਾ ਰਹੇ ਨੇ ਜਾਂ ਅਲੱਗ-ਅਲੱਗ ਚੀਜ਼ਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਉਸ ਨੂੰ ਲੈ ਕੇ ਕਿਤੇ ਨਾ ਕਿਤੇ BJP ਨੂੰ ਆਬਜੈਕਸ਼ਨ ਹੈ। ਸਰਦਾਰ ਹਰਜੀਤ ਸਿੰਘ ਗਰੇਵਾਲ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਬੀਬੀ ਜਗੀਰ ਕੌਰ ਦਾ ਬਿਆਨ ਵੀ ਆ ਗਿਆ, ਚਿੱਠੀ ਲਿਖੀ ਸੀ ਹਰਜੀਤ ਗਰੇਵਾਲ ਜੀ ਨੇ, ਬੀਬੀ ਜਗੀਰ ਕੌਰ ਨੇ ਬਿਆਨ ਵੀ ਦੇ ਦਿੱਤਾ, ਪਲਟ ਕੇ ਜਵਾਬ ਵੀ ਦਿੱਤਾ। ਆਪਾਂ ਇਹਨਾਂ ਕੋਲ ਹੀ ਸੁਣਾਂਗੇ ਕਿ ਬੀਬੀ ਜਗੀਰ ਕੌਰ ਨੇ ਕੀ ਜਵਾਬ ਦਿੱਤਾ। ਉਹ ਸ਼ੁਰੂਆਤ ਕਰਾਂਗੇ ਉਸ ਚਿੱਠੀ ਦੀ ਕਿ ਚਿੱਠੀ ਦੇ ਵਿੱਚ ਇਹਨਾਂ ਨੇ ਕਿਹੜੀਆਂ ਗੱਲਾਂ ਬੀਬੀ ਜਗੀਰ ਕੌਰ ਨੂੰ ਲਿਖੀਆਂ ਸੀ। ਗਰੇਵਾਲ ਸਾਹਿਬ, ਪਹਿਲਾਂ ਮੈਂ ਸਵਾਲ ਇਹੀ ਹੈ, ਕਿਹੜੀ ਚਿੱਠੀ ਵਿੱਚ ਤੁਸੀਂ ਗੱਲਾਂ ਲਿਖੀਆਂ ਨੇ ਬੀਬੀ ਜਗੀਰ ਕੌਰ ਨੂੰ? ਕਿਹੜੀ ਗੱਲ ਤੋਂ ਤੁਸੀਂ ਰੋਕਿਆ ਸੀ ਕਿ ਜੋ ਕਿਸਾਨ ਬੈਠੇ ਨੇ ਧਰਨੇ ਵਿੱਚ ਉਹਨਾਂ ਨੂੰ ਚੀਜ਼ਾਂ ਜਾਂ ਸਹੂਲਤਾਂ ਨਾ ਦਿੱਤੀਆਂ ਜਾਣ? ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਕਿਸੇ ਗੱਲ ਤੋਂ ਨਹੀਂ ਰੋਕਿਆ। ਮੈਂ ਉਹਨਾਂ ਨੂੰ ਚਿੱਠੀ ਲਿਖੀ ਸੀ ਬੜੀ ਨਿਮਰਤਾਪੂਰਵਕ, ਕਿਉਂਕਿ ਸਿੱਖੀ ਦਾ ਸਿਧਾਂਤ ਆ ਸੇਵਾ ਤੇ ਸਿਮਰਨ, ਸੰਗਤ ਤੇ ਪੰਗਤ, ਔਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਔਰ ਉਸ ਦੇ ਨਾਲ ਲੰਗਰ ਕਿਸੇ ਜਗ੍ਹਾ ਵੀ ਚੱਲ ਸਕਦਾ, ਉਹਦੇ 'ਤੇ ਕੋਈ ਰੁਕਾਵਟ ਨਹੀਂ ਹੈ। ਉਹ ਤਾਂ ਗੁਰੂ ਸਾਹਿਬ ਦਾ ਲੰਗਰ ਆ ਚਲਾਇਆ ਹੋਇਆ, ਸੇਵਾ ਕਰਦੇ ਆ। ਪਰ ਬੀਬੀ ਜੀ ਨੂੰ ਮੈਂ ਇੱਕ ਸਵਾਲ ਕਰਦਾ ਬਈ ਇਹ ਅੰਦੋਲਨ ਜਿੱਥੇ ਚੱਲ ਰਹੇ ਆ, ਕੀ ਉੱਥੇ ਟੈਂਪਰੇਰੀ ਸ਼ੈੱਡ ਜਾਂ ਇਹ ਸਾਰੀਆਂ ਚੀਜ਼ਾਂ ਬਣਾ ਕੇ ਦੇਵਾਂਗੇ, ਫਿਰ ਬਾਕੀ ਅੰਦੋਲਨਾਂ 'ਚ ਵੀ ਦੇਣੀਆਂ ਪੈਣਗੀਆਂ? ਕੀ ਸ਼੍ਰੋਮਣੀ ਕਮੇਟੀ ਨੇ ਬਰਗਾੜੀ ਵੀ ਅੰਦੋਲਨ ਚੱਲਿਆ, ਉੱਥੇ ਸਾਰੀ ਸੇਵਾ ਕੀਤੀ? ਉਹ ਤਾਂ ਸਿੱਖ ਹੀ ਬੈਠੇ ਸੀ ਅੰਦੋਲਨ ਚਲਾ ਕੇ, ਦੂਜਾ ਤਾਂ ਕੋਈ ਨਹੀਂ ਸੀ ਉੱਥੇ। ਕੀ ਹੁਣ ਅਸੀਂ ਜਿਹੜੇ 325 ਤੋਂ ਵੱਧ ਸਵਰੂਪ ਗੁੰਮਸ਼ੁਦਗੀ ਆ, ਉਹਦਾ ਸਵਾਲ ਕਿਹਨੂੰ ਪੁੱਛੀਏ? ਜੇ ਸਵਾਲ ਪੁੱਛਦੇ ਆ ਤਾਂ ਸਾਨੂੰ ਕਹਿੰਦੇ ਆ ਕਿ ਇਹ ਸਿੱਖੀ 'ਤੇ ਕੁਐਸਚਨ ਮਾਰਕ ਕਰਦੇ ਆ। ਕੁਐਸਚਨ ਮਾਰਕ ਕੋਈ ਨਹੀਂ ਹੈ। ਔਰ ਇਹ ਜਿਹੜਾ ਅੰਦੋਲਨ ਆ ਕਿਸਾਨ ਅੰਦੋਲਨ, ਇਹ ਕਿਸਾਨ ਅੰਦੋਲਨ ਆ। ਕਿਸਾਨ ਸਿੱਖ ਵੀ ਆ, ਹਿੰਦੂ ਵੀ ਆ, ਕ੍ਰਿਸਚੀਅਨ ਵੀ ਆ, ਮੁਸਲਮਾਨ ਵੀ ਆ, ਕੋਈ ਵੀ ਹੋ ਸਕਦਾ। ਇਹਨੂੰ ਜਦੋਂ ਸ਼੍ਰੋਮਣੀ ਕਮੇਟੀ ਇਹ ਕੰਮ ਕਰਦੀ ਹੈ ਸਾਰਾ, ਬਾਕੀ ਸੰਸਥਾਵਾਂ ਕਰਨ, ਕਿਸੇ ਨੂੰ ਕੋਈ ਨਹੀਂ ਰੋਕਦਾ, ਬਾਕੀ ਕਰ ਰਹੀਆਂ ਨੇ ਸਮਾਜਿਕ ਸੰਸਥਾਵਾਂ, ਪਰ ਸ਼੍ਰੋਮਣੀ ਕਮੇਟੀ ਦੀ ਇੱਕ ਆਪਣੀ ਅਲੱਗ ਆਵਾ ਹੈਗੀ ਹੈ। ਔਰ ਇਹ ਇੱਕ ਅੰਦੋਲਨ ਤੋਂ ਬਾਅਦ ਬਣੀ ਹੋਈ ਕਮੇਟੀ ਹੈ। ਇਹਦੇ ਇੱਕ ਰੂਲਸ ਐਂਡ ਰੈਗੂਲੇਸ਼ਨ ਨੇ ਜਿਹੜੇ 1925 'ਤੇ ਹੈ। 1920 'ਚ ਇਹ ਅੰਦੋਲਨ ਚੱਲਿਆ ਸੀ। ਉਸ ਵੇਲੇ ਦੇ ਵਾਇਸਰਾਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਅਤੇ ਬਾਕੀ ਪ੍ਰਮੁੱਖ ਲੋਕਾਂ ਨਾਲ ਗੱਲਬਾਤ ਕਰਕੇ ਇਹ ਤਿਆਰ ਕੀਤੀ ਸੀ, ਬਣੀ ਸੀ। ਪਰ ਮੈਂ ਇਹਦੇ 'ਚ ਇੱਕ ਸਵਾਲ ਕਰਦਾ ਬਈ ਇਹ ਜਿਹੜਾ ਤੁਸੀਂ ਇਹ ਸਭ ਕਰ ਰਹੇ ਹੋ, ਇਹ ਸਰਕਾਰ ਦੇ ਖਿਲਾਫ ਇੱਕ ਅੰਦੋਲਨ ਚੱਲ ਰਿਹਾ, ਕੀ ਬਾਕੀ ਸਾਰੇ ਅੰਦੋਲਨਾਂ 'ਚ ਵੀ ਇਸ ਤਰ੍ਹਾਂ ਦਾ ਵਿਵਹਾਰ ਕਰੋਗੇ? ਇਹਨੂੰ ਸਿੱਖੀ ਅੰਦੋਲਨ ਦੀ ਰੰਗਤ, ਫਿਰਕੂ ਰੰਗਤ ਕਿਉਂ ਦਿੱਤੀ ਜਾਵੇ?
ਇਹਦੇ ਨਾਲ ਅੰਦੋਲਨ ਨੂੰ ਵੀ ਫਿਰਕੂ ਰੰਗਤ ਮਿਲਦੀ ਹੈ। ਤੇ ਪੂਰੀ ਦੁਨੀਆ ਦੇ ਅੰਦਰ ਇਹਦੇ ਵਿੱਚ ਐਸੇ ਲੋਕ ਆਏ ਹੋਏ ਆ, ਅਸੀਂ ਕਿਸਾਨਾਂ ਦੀਆਂ ਸਾਰੀਆਂ ਗੱਲਾਂ ਮੰਨਦੀਆਂ, ਉਸ ਦੇ ਬਾਵਜੂਦ ਵੀ ਜਿਹੜੇ ਜੈਨੂਨ ਕਿਸਾਨ ਨੇ ਉਹ ਸੜਕਾਂ 'ਤੇ ਜਾ ਕੇ ਬੈਠੇ ਹੋਏ ਆ। ਉਹਨਾਂ ਨੂੰ ਕਹਿਤਾ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ, ਉਹ ਮਰਨ 'ਤੇ ਹੋ ਕੇ ਚਲੇ ਗਏ। ਜਿਹੜੇ ਲੀਡਰ ਨੇ ਉਹ ਲੀਡਰਾਂ ਦੇ ਅੰਦਰ ਅਲੱਗ-ਅਲੱਗ ਵਿਚਾਰਧਾਰਾ ਨੇ, ਮਾਓਵਾਦੀ ਵੀ ਨੇ, ਨਕਸਲਾਈਟ ਵੀ ਨੇ, ਬਾਕੀ ਵੀ ਨੇ, ਵਿਚਾਰਧਾਰਾ ਰੱਖਣ, ਪਰ ਜਦੋਂ ਤੁਸੀਂ ਦੇਸ਼ ਨੂੰ ਨੁਕਸਾਨ ਕਰਦੇ ਹੋ ਉਹ ਬਹੁਤ ਬੁਰੀ ਗੱਲ ਆ। ਔਰ ਇਹਨਾਂ ਨੇ ਇਹਨੂੰ ਫਿਰਕੂ ਰੰਗਤ ਦੇਣ ਦੀ ਕਿੱਦਾਂ ਕੋਸ਼ਿਸ਼ ਕੀਤੀ, ਜਿਹੜਾ 26 ਜਨਵਰੀ ਨੂੰ ਹੋਇਆ ਦਿੱਲੀ 'ਚ। ਇਹ ਤਾਂ ਦਿੱਲੀ ਪੁਲਿਸ ਨੂੰ, ਮੋਦੀ ਜੀ ਨੂੰ ਔਰ ਅਮਿਤ ਸ਼ਾਹ ਜੀ ਨੂੰ ਸਲੂਟ ਕਰਨ ਵਾਲੀ ਗੱਲ ਆ ਕਿ ਉਹਨਾਂ ਨੇ ਗੋਲੀ ਨਹੀਂ ਚਲਾਈ, ਲਾਠੀ ਨਹੀਂ ਚਲਾਈ, ਡੰਡਾ ਨਹੀਂ ਚਲਾਇਆ। ਇਹ ਸਿੱਖਾਂ ਦੀ ਕਾਤਲ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਸੀ, ਸਾਨੂੰ ਬਦਨਾਮ ਕਰਨਾ ਚਾਹੁੰਦੇ ਸੀ, ਬੀਜੇਪੀ ਨੂੰ ਬਦਨਾਮ ਕਰਨਾ ਚਾਹੁੰਦੇ ਸੀ। ਉਹ ਸਾਜ਼ਿਸ਼ 'ਚ ਕਾਮਯਾਬ ਨਹੀਂ ਹੋਏ ਕਿਉਂਕਿ ਇਹਨਾਂ ਦੀ ਸਾਜ਼ਿਸ਼ ਬੇਨਕਾਬ ਹੋ ਗਈ। ਔਰ ਉਸ ਤੋਂ ਬਾਅਦ ਹੁਣ ਗੱਲਾਂ ਸਾਹਮਣੇ ਵੀ ਆ ਰਹੀਆਂ ਨੇ। ਇਸ ਗਰੇਵਾਲ ਸਾਹਿਬ 26 ਤਰੀਕ ਦਾ ਜ਼ਿਕਰ ਕਰ ਰਹੇ ਹੋ, 3 ਨੌਜਵਾਨ ਮਰੇ ਨੇ, ਗੋਲੀਆਂ ਵੀ ਚੱਲੀਆਂ ਨੇ ਤੇ ਉੱਥੇ ਲਾਠੀ ਚਾਰਜ ਵੀ ਹੋਇਆ। ਆਪਾਂ ਸਾਰਾ ਕੁਝ ਦੇਖਿਆ, ਤੁਸੀਂ ਮੀਡੀਆ ਵਿੱਚ ਦੇਖਿਆ, ਇਸ ਚੀਜ਼ ਤੁਸੀਂ ਇਨਕਾਰ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਉੱਥੇ ਕੋਈ ਗੋਲੀ ਨਹੀਂ ਚੱਲੀ। ਅੱਜ ਵੀ ਉਸ ਵੇਲੇ ਉਹ ਸਰਦਸਾਈ ਜਿਹੜਾ ਪੱਤਰਕਾਰ ਆ ਉਹਨੇ ਵੀ ਰੌਲਾ ਪਾਇਆ, ਸ਼ਸ਼ੀ ਥਰੂਰ ਨੇ ਵੀ ਪਾਇਆ, ਔਰ 3-4 ਘੰਟੇ ਚੱਲਦਾ ਰਿਹਾ। ਜਦੋਂ ਉਹਦੀ ਵੀਡੀਓ ਰਿਕਾਰਡਿੰਗ ਕੱਢ ਕੇ ਰੱਖਤੀ ਦਿੱਲੀ ਪੁਲਿਸ ਨੇ ਸਾਹਮਣੇ ਔਰ ਉਹ TV 'ਤੇ ਚੱਲ ਗਈ, ਉਸ ਤੋਂ ਬਾਅਦ ਉਹ ਚੁੱਪ ਕੀਤੇ ਨੇ। ਫਿਰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਜਾਂ ਨਹੀਂ ਚਾਹੀਦਾ, ਜਿਹੜੇ ਲੋਕ ਇੱਦਾਂ ਦੀਆਂ ਗਲਤਫਹਿਮੀਆਂ ਪਾਉਂਦੇ ਨੇ। ਪੁਲਿਸ ਨੇ ਕੋਈ ਗੋਲੀ ਨਹੀਂ ਚਲਾਈ, ਉਹ ਤਾਂ ਟਰੈਕਟਰ ਜਾ ਕੇ ਉਹਦੇ ਬੈਰੀਕੇਡ ਲੱਗੇ ਹੋਏ ਸੀ, ਉਹਦੇ 'ਚ ਲੱਗਿਆ ਤੇ ਜਾ ਕੇ ਪਲਟੀ ਖਾ ਗਿਆ, ਉਹਦੇ ਨਾਲ ਡੈਥ ਹੋ ਗਈ ਉਸ ਨੌਜਵਾਨ ਦੀ। ਮੈਨੂੰ ਉਹਦੀ ਡੈਥ 'ਤੇ ਵੀ ਅਫਸੋਸ ਆ। ਪਰ ਆਪ ਇਹਨਾਂ ਨੂੰ ਕਿਹਨੇ ਕਿਹਾ ਸੀ, ਲਾਲ ਕਿਲ੍ਹੇ ਦਾ ਰੂਟ ਕਿਹਨੇ ਦਿੱਤਾ ਸੀ ਤੇ ਉੱਥੇ ਚਲੇ ਗਏ ਸੀ। ਤਾਂ ਇਸ ਕਰਕੇ ਅਸੀਂ ਉਸ ਗੱਲ ਦੇ ਵੀ ਬਹੁਤ ਜਾਂਚ ਕਰਨ ਦਾ ਵਿਸ਼ਾ ਹੈਗਾ ਇਹ। ਔਰ ਜਿਨ੍ਹਾਂ ਲੋਕਾਂ ਨੇ ਇਹ ਕੀਤਾ, ਜਿਹੜੇ ਵੀ ਕ੍ਰਾਈਮ ਕਰਨਗੇ ਉਹਨਾਂ ਨੂੰ ਜ਼ਰੂਰ ਸਜ਼ਾ ਮਿਲੇਗੀ, ਇਹ ਵੀ ਪੱਕੀ ਗੱਲ ਹੈ। ਅੱਛਾ ਗਰੇਵਾਲ ਸਾਹਿਬ, ਤੁਹਾਨੂੰ ਇਤਰਾਜ਼ ਕਿਸ 'ਤੇ ਹੈ ਕਿ ਜੋ ਪੈਸੇ ਜੋ SGPC ਸਮਾਨ ਭੇਜਦੀ ਹੈ ਉਸ ਦੇ ਪੈਸੇ 'ਤੇ ਵੀ ਇਤਰਾਜ਼ ਹੈ ਵੀ ਪੈਸਾ ਜਿਹੜਾ ਹੈਗਾ ਲੋਕਾਂ ਦਾ ਹੈਗਾ ਉਹ ਨਹੀਂ ਸਹੀ ਜਗ੍ਹਾ ਵਰਤਿਆ ਜਾਣਾ ਚਾਹੀਦਾ? ਅਰੇ ਨਹੀਂ ਜੀ, ਨਹੀਂ, ਤੁਸੀਂ ਗੱਲ ਮੇਰੀ ਨੂੰ ਦੂਜੇ ਪਾਸੇ ਨਾ ਕਰੋ। ਜਿਸ ਤਰ੍ਹਾਂ ਹੁਣ ਲੱਖ ਰੁਪਇਆ ਦੇਣ ਦੀ ਗੱਲ ਕੀਤੀ, ਜਿਨ੍ਹਾਂ ਦੀ ਮੌਤ ਹੋ ਜਾਏਗੀ, ਹੋਰ ਅੰਦੋਲਨਾਂ 'ਚ ਵੀ ਮੌਤ ਹੁੰਦੀ ਹੈ। ਔਰ ਕਿਸਾਨ ਜਿਹੜੇ ਸੁਸਾਈਡ ਕਰਦੇ ਨੇ ਉਹਨਾਂ ਦੀ ਵੀ ਡੈਥ ਹੁੰਦੀ ਹੈ। ਕੀ ਉਹ ਸਾਰਿਆਂ ਨੂੰ ਇਹ ਪੈਸਾ ਦੇਵੇਗੀ ਸ਼੍ਰੋਮਣੀ ਕਮੇਟੀ? ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕਰੇਗੀ? ਬਰਗਾੜੀ ਦੇ ਅੰਦਰ ਵੀ ਇਸੇ ਤਰ੍ਹਾਂ ਦੇ ਸਟਰਕਚਰ ਬਣਾ ਕੇ ਦੇਵੇਗੀ ਜਿੱਥੇ ਅੰਦੋਲਨ ਚੱਲਿਆ? ਜੇ ਫਿਰ ਕੋਈ ਐਸਾ ਅੰਦੋਲਨ ਚੱਲੇ ਕਰੇਗੀ, ਸਾਰੇ ਅੰਦੋਲਨਾਂ ਨਾਲ ਇੱਕੋ ਜਿਹਾ ਵਿਵਹਾਰ ਕਰੇਗੀ? ਗੁਰੂ ਨਾਨਕ ਦੇ ਘਰ 'ਚ ਤਾਂ ਸਭ ਨਾਲ ਇੱਕੋ ਜਿਹਾ ਵਿਵਹਾਰ ਹੁੰਦਾ। ਉਸ ਦੀ ਜੇ ਪਰੰਪਰਾ ਨੂੰ ਕਾਇਮ ਰੱਖਣਾ ਹੈਗਾ ਤਾਂ ਫਿਰ ਸਭ ਜਗ੍ਹਾ ਕਰੋ, ਅੱਗੇ ਵਾਸਤੇ ਰੂਲ ਹੀ ਬਣਾ ਦਿਓ ਇਹ ਕਮੇਟੀ ਦੇ ਲਈ। ਪਰ ਇਹ ਕਮੇਟੀ ਦਾ ਕੰਮ ਨਹੀਂ ਹੈ, ਇਹਨਾਂ ਦੇ ਕੰਮ ਹੋਰ ਨੇ। ਦੇਖੋ, ਸਿੱਖ ਨੌਜਵਾਨ ਜਿਹੜੇ ਆ IAS IPS ਕੰਪੀਟੀਟਿਵ ਐਗਜ਼ਾਮ 'ਚ ਨਹੀਂ ਆ ਪਾ ਰਹੇ, ਕੁਆਲਿਟੀ ਐਜੂਕੇਸ਼ਨ ਨਹੀਂ ਹੈ, ਉਹ ਸ਼੍ਰੋਮਣੀ ਕਮੇਟੀ ਦਾ ਕੰਮ ਆ। ਸਿੱਖਾਂ ਦੀ ਆਇਡੈਂਟੀਟੀ ਦਾ ਖਤਰਾ ਕੀ ਹੈ? ਵਿਦੇਸ਼ਾਂ 'ਚ ਉਹਨਾਂ ਨੂੰ ਮੁਸਲਿਮ ਸਮਝ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਹੱਤਿਆ ਕਰ ਦਿੱਤੀ ਜਾਂਦੀ ਹੈ। ਉਹ ਪੂਰੀ ਦੁਨੀਆ ਨੂੰ ਸਮਝਾਉਣਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ 'ਚ ਕਮੀ ਆ, ਇਸ ਕਰਕੇ ਇਹ ਗਲਤਫਹਿਮੀਆਂ ਆਉਂਦੀਆਂ ਨੇ। ਤੇ ਉਸ ਤੋਂ ਬਾਅਦ ਗੁਰਦੁਆਰੇ, ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਉੱਥੇ ਸੰਗਤ ਦੀਆਂ ਸਹੂਲਤਾਂ ਦਾ ਇੰਤਜ਼ਾਮ ਕਰਨਾ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ। ਬੀਬੀ ਜੀ ਬਹੁਤ ਸਿਆਣੇ ਆ, ਸੂਝਵਾਨ ਨੇ, ਧਾਰਮਿਕ ਹਸਤੀ ਨੇ, ਮੈਂ ਉਹਨਾਂ ਦਾ ਆਦਰ ਵੀ ਕਰਦਾ। ਪਰ ਮੇਰੀ ਉਹਨਾਂ ਨੂੰ ਇਹੀ ਅਪੀਲ ਆ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ 'ਤੇ ਗੌਰ ਕਰਨ। ਮੈਂ ਕੋਈ ਓਬਜੈਕਸ਼ਨ ਨਹੀਂ ਉਹਨਾਂ 'ਤੇ ਕਰ ਰਿਹਾ, ਕੋਈ ਉਹਨਾਂ ਦੇ ਰਸਤੇ 'ਚ ਨਹੀਂ ਕੋਈ ਰੁਕਾਵਟ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਂ ਉਹਨਾਂ ਨੂੰ ਸੱਚੀ ਗੱਲ ਦੱਸ ਰਿਹਾ ਕਿ ਵੀ ਇਹ ਜਿਹੜਾ ਰਸਤਾ ਹੈਗਾ ਇਹ ਠੀਕ ਨਹੀਂ ਹੈ। ਇਹ ਸਰਕਾਰ ਦੇ ਖਿਲਾਫ ਇੱਕ ਤਰ੍ਹਾਂ ਦੀ ਬਗਾਵਤ ਕਰਵਾਈ ਜਾ ਰਹੀ ਹੈ। ਅਸੀਂ ਜਾਂ ਤਾਂ ਤੁਸੀਂ ਆਓ ਸਾਹਮਣੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਆਓ, ਕਿਸਾਨ ਜਿਹੜੇ ਜੈਨੂਨ ਕਿਸਾਨ ਨੇ ਉਹਨਾਂ ਨਾਲ ਬਿਠਾਓ, ਜੇ ਉਹਨਾਂ ਦੀਆਂ ਸਾਰੀਆਂ ਗੱਲਾਂ ਨਾ ਮੰਨੀਆਂ ਜਾਣ ਫਿਰ ਤੁਸੀਂ ਕਹੋ ਅੰਦੋਲਨ, ਤਾਂ ਫਿਰ ਸਾਡੇ ਖਿਲਾਫ ਖੜਾ ਕਰੋ ਨਾ, ਸਰਕਾਰ ਦੇ ਖਿਲਾਫ ਇਸ ਤਰ੍ਹਾਂ ਦੀ ਬਗਾਵਤ। ਹੁਣ ਵੈਸਟ ਬੰਗਾਲ ਤੁਰੇ ਫਿਰਦੇ ਆ, BJP ਨੂੰ ਹਰਾਉਣਾ ਅਸੀਂ, ਠੀਕ ਹੈ। ਅਸਾਮ ਤੁਰੇ ਫਿਰਦੇ ਆ ਕਿ ਅਸੀਂ BJP ਨੂੰ ਹਰਾਉਣਾ। ਮੈਂ ਅੱਜ ਇਹਨਾਂ ਨੂੰ ਚੈਲੰਜ ਕਰਦਾ, ਇਹ BJP ਨੂੰ ਨਹੀਂ ਹਰਾ ਸਕਦੇ। ਉੱਥੇ ਕਿਸਾਨਾਂ ਦੀਆਂ ਵੋਟਾਂ ਸਾਨੂੰ ਮਿਲਦੀਆਂ ਨੇ ਔਰ ਅਸੀਂ 2/3 ਮੈਜੋਰਿਟੀ ਨਾਲ ਜਿੱਤਣਾ, ਰਿਜ਼ਲਟ ਆ ਜਾਣਾ। ਫਿਰ ਇਹ ਕਿੱਧਰ ਨੂੰ ਜਾਣਗੇ? ਫਿਰ ਇਹ ਕੀ ਮੂੰਹ ਦਿਖਾਉਣਗੇ? ਤੁਸੀਂ ਇਹ ਜੋ ਚਿੱਠੀ ਲਿਖੀ ਸੀ, ਤੁਹਾਨੂੰ ਵੀ ਬੀਬੀ ਜਗੀਰ ਕੌਰ ਨੇ ਪਲਟ ਕੇ ਜਵਾਬ ਦਿੱਤਾ ਕਿ ਹਰਜੀਤ ਗਰੇਵਾਲ ਨਸੀਹਤ ਨਾ ਦੇਣ, ਆਪਦੀ ਗੱਲ ਨਾਲ ਗੱਲ ਰੱਖਣ, ਮਤਲਬ ਨਾਲ ਮਤਲਬ ਰੱਖਣ, ਸਾਨੂੰ ਨਸੀਹਤ ਦੇਣ ਦੀ ਲੋੜ ਨਹੀਂ ਹੈਗੀ। ਹੁਣ ਤੁਸੀਂ ਕੀ ਬੀਬੀ ਜਗੀਰ ਕੌਰ ਨੂੰ ਕਹੋਗੇ? ਦੇਖੋ, ਹਰ ਸਿੱਖ ਦੀ ਇੱਕ ਡਿਊਟੀ ਹੈ, ਉਹ ਸਵਾਲ ਕਰ ਸਕਦਾ ਸਾਡੇ 325 ਤੋਂ ਵੱਧ ਗੁਰੂ ਸਾਹਿਬ ਦੇ ਸਰੂਪ ਦੀ ਗੁੰਮਸ਼ੁਦਗੀ ਕਿਵੇਂ ਹੋਈ, ਕਿਉਂ ਹੋਈ, ਉਹਦਾ ਜਵਾਬ ਮੰਗ ਸਕਦਾ, ਠੀਕ ਹੈ। ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦਾ ਵੀ ਜਵਾਬ ਮੰਗ ਸਕਦਾ।
ਸਾਰਿਆਂ ਨਾਲ ਇੱਕੋ ਜਿਹੇ ਵਿਵਹਾਰ ਦੀ ਗੱਲ ਕਰ ਸਕਦਾ, ਗੁਰੂ ਨਾਨਕ ਦੇ ਸਿਧਾਂਤ ਨੂੰ ਲਾਗੂ ਕਰਨ ਦੀ ਗੱਲ ਕਰ ਸਕਦਾ। ਮੈਂ ਤਾਂ ਇੱਕ ਨਿਮਾਣੇ ਜਿਹੇ ਸਿੱਖ ਦੀ ਤਰ੍ਹਾਂ ਉਹ ਇੱਕ ਪੱਤਰ ਲਿਖਿਆ, ਉਹਦੇ 'ਚ ਉਹਨਾਂ ਦੇ ਧਿਆਨ 'ਚ ਲਿਆਂਦਾ। ਇੱਕ ਗੱਲ ਆ ਗਈ ਲੋਕਾਂ ਦੇ ਅੰਦਰ, ਸਿੱਖ ਸੰਗਤਾਂ ਦੇ ਅੰਦਰ ਆ ਗਈ, ਉਹਨੂੰ ਠੀਕ ਸਮਝਣਗੇ, ਅੱਗੇ ਚੱਲ ਪਏਗੀ, ਨਹੀਂ ਠੀਕ ਸਮਝਣਗੇ ਰਿਜੈਕਟ ਕਰ ਦੇਣਗੇ। ਉਹ ਕੋਈ ਮੈਂ ਕੋਈ ਇਸ ਤਰ੍ਹਾਂ ਦਾ ਗੱਲ ਥੋੜ੍ਹਾ ਕੀਤਾ ਵੀ ਕੋਈ ਮੈਂ ਬੀਬੀ ਜੀ ਦਾ ਵਿਰੋਧ ਕਰਨ ਲੱਗ ਗਿਆ ਜਾਂ ਮੈਂ ਕੋਈ ਗੁਰਦੁਆਰਾ ਪ੍ਰਬੰਧ ਦੇ ਵਿੱਚ ਜਾਣਾ। ਮੇਰਾ ਤਾਂ ਇਹਨਾਂ ਚੀਜ਼ਾਂ ਦੀ ਕੋਈ ਇੱਛਾ ਨਹੀਂ। ਰਿਜੈਕਟ ਤਾਂ ਕਰ ਦਿੱਤਾ ਉਹਨਾਂ ਨੇ, ਆ ਗਿਆ ਪ੍ਰੈਸ ਨੋਟ ਤਾਂ ਆ ਹੀ ਗਿਆ ਨਾ ਵੀ ਰਿਜੈਕਟ ਦੀ ਚੀਜ਼ ਕਰ ਦਿੱਤੀ। ਹੁਣ ਤੁਸੀਂ ਅੱਗੇ ਕੀ ਕਰੋਗੇ? ਚਿੱਠੀ ਲਿਖੀ ਤੁਸੀਂ, ਜਵਾਬ ਤੁਹਾਨੂੰ ਮਿਲ ਗਿਆ, ਨਸੀਹਤ ਦੇ ਨਾ ਤੁਹਾਡੇ ਕੋਲ ਰੱਖੀ ਜਾਂਦਾ ਗੱਲ। ਇੱਥੋਂ ਪਬਲਿਕ ਦੇ ਕੋਲ ਗੱਲ ਜਾ ਰਹੀ ਹੈ ਅਤੇ ਪਬਲਿਕ ਜਿਹੜੀ ਹੈ ਉਹ ਸਭ ਤੋਂ ਬੜੀ ਜੱਜ ਹੁੰਦੀ ਹੈ, ਸਭ ਤੋਂ ਵੱਡਾ ਫੈਸਲਾ ਕਰਦੀ ਹੈ। ਗੁਰੂ ਸਾਹਿਬ ਨੇ ਵੀ ਕਿਹਾ ਸੰਗਤ ਹੀ ਮੇਰਾ ਰੂਪ ਆ, ਅਤੇ ਇਸ ਕਰਕੇ ਉਹ ਸੰਗਤ ਫੈਸਲਾ ਕਰੂਗੀ। ਪਬਲਿਕ ਹੀ ਬੈਠੀ ਨਾ, ਕਿਸਾਨ ਵੀ ਤਾਂ ਪਬਲਿਕ ਨੇ ਜੋ ਦਿੱਲੀ ਜਾ ਕੇ ਬੈਠੇ ਨੇ, ਜੋ ਬਿੱਲ ਰੱਦ ਕਰਵਾਉਣਾ ਚਾਹੁੰਦੇ ਨੇ। ਫਿਰ ਤੁਸੀਂ ਨਕਸਲਵਾਦੀ ਵੀ ਕਹਿ ਦਿੰਦੇ, ਵਿੱਚ ਉਹ ਵੀ ਬੜੇ ਨੇ, ਅਲੱਗ-ਅਲੱਗ ਤਰੀਕੇ ਨਾਮ ਦੇ ਦਿਓ। ਹੈਗੇ ਆ, ਅਸੀਂ ਝੂਠ ਨਹੀਂ ਕਹਿੰਦੇ। ਉਹ ਜਿਹੜੇ ਸਧਾਰਨ ਕਿਸਾਨ ਆ ਉਹਨਾਂ ਨੂੰ ਕੁਛ ਨਹੀਂ ਕਹਿੰਦੇ। ਉਹ ਤਾਂ ਅਸੀਂ ਕਹਿੰਦੇ ਆਓ ਸਾਡੇ ਨਾਲ ਗੱਲ ਕਰੋ, ਤੁਹਾਡੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹਾਂ ਅਸੀਂ, ਤੁਹਾਡਾ ਕੋਈ ਖਦਸ਼ਾ ਨਹੀਂ। ਜੋ ਉਹਨਾਂ ਨੇ ਚੀਜ਼ਾਂ ਕਹੀਆਂ ਉਹ ਸਾਰੀਆਂ ਐਡਰੈਸ ਕੀਤੀਆਂ। ਉਹਨਾਂ ਨੇ ਕਿਹਾ ਵੀ ਸਾਡੀ ਜ਼ਮੀਨ 'ਤੇ ਕਬਜ਼ਾ ਹੋ ਜਾਊਗਾ। ਜਦੋਂ ਮੀਟਿੰਗਾਂ ਹੋਈਆਂ ਉਹਦੇ 'ਚ ਇਹੀ ਗੱਲ ਹੋਈ ਨਾ, ਅਤੇ ਵੀ ਸਾਨੂੰ ਤਾਂ ਕੋਰਟ ਜਾਣ ਦਾ ਅਧਿਕਾਰ ਦਿਓ। ਅਮਿਤ ਸ਼ਾਹ ਜੀ ਨੇ ਕੀ ਕਿਹਾ ਕਿ ਕੋਰਟ ਜਾਣ ਦਾ ਅਧਿਕਾਰ ਵੀ ਦਿੰਦੇ ਅਤੇ ਫਾਸਟ ਟਰੈਕ ਕੋਰਟ ਵੀ ਬਣਾਤੀ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੰਡੀਆਂ ਦੀ ਵਿਵਸਥਾ ਮੰਡੀ ਦੇ ਬਾਹਰ ਵੀ ਹੋਣੀ ਚਾਹੀਦੀ ਹੈ, ਅੰਦਰ ਵੀ ਹੋਣੀ ਚਾਹੀਦੀ ਹੈ। ਆੜ੍ਹਤੀਆ ਹੀ ਬਾਹਰ ਖਰੀਦ ਵੇਚ ਕਰੇ। ਉਹਨਾਂ ਨੇ ਕਿਹਾ ਚਲੋ ਸਟੇਟ ਗਵਰਨਮੈਂਟ ਦਾ ਹੀ ਪੂਰਾ ਕਾਨੂੰਨ ਬਾਹਰ ਵੀ ਲਾਗੂ ਹੋਏਗਾ, ਅੰਦਰ ਵੀ ਹੋਏਗਾ। ਹੋਰ ਦੱਸੋ। ਫਿਰ ਉਹਨਾਂ ਨੇ ਕਿਹਾ ਕਿ ਸਟਬਲ ਬਰਨਿੰਗ 'ਤੇ ਸਾਨੂੰ 1 ਕਰੋੜ ਦਾ ਜੁਰਮਾਨਾ ਅਤੇ ਸਜ਼ਾ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਚਲੋ ਇਹ ਵੀ ਕਿਸਾਨ ਨੂੰ ਪ੍ਰਭਾਵਿਤ ਨਹੀਂ ਕਰੇਗਾ ਕਾਨੂੰਨ, ਉਹ ਨਹੀਂ ਹੋਏਗਾ। ਫਿਰ ਉਹਨਾਂ ਨੇ ਕਿਹਾ ਕਿ ਬਿਜਲੀ ਦੇ ਬਿੱਲ ਜਿਹੜੇ ਆ ਉਹ ਸਾਡੇ ਖਾਤਿਆਂ 'ਚ ਸਬਸਿਡੀ ਨਾ ਜਾਵੇ, ਸਾਨੂੰ ਬਿੱਲ ਹੀ ਨਾ ਭਰਨਾ ਪਵੇ। ਉਹਨਾਂ ਨੇ ਕਿਹਾ ਕਾਨੂੰਨ ਤਾਂ ਅਜੇ ਬਣਿਆ ਨਹੀਂ ਹੈ, ਵੈਸੇ ਇਹ ਵੀ ਨਹੀਂ ਹੋਏਗਾ। ਠੀਕ ਹੈ। ਜੋ ਗੱਲਾਂ ਕਹੀਆਂ ਸਾਰੀਆਂ ਮੰਨ ਲਈਆਂ। ਫਿਰ ਉਹਨਾਂ ਨੂੰ ਕੀ ਕਿਹਾ, ਹੁਣ ਤੁਹਾਨੂੰ ਅੱਜ ਹੋਰ ਗੱਲ ਦੱਸ ਦੇਣਾ ਕਿ ਵੀ 5 ਮੈਂਬਰ ਦੀ ਕਮੇਟੀ ਤੁਸੀਂ ਬਣਾ ਲਓ, 5 ਦੀ ਸਰਕਾਰ ਦੀ ਬੈਠ ਜਾਂਦੀ ਹੈ, ਕਾਨੂੰਨ ਨੂੰ ਹੋਲਡ 'ਤੇ ਪਾ ਦਿੰਦੇ ਆ ਅਤੇ ਤੁਸੀਂ ਜਿਹੋ ਜਿਹਾ ਕਾਨੂੰਨ ਬਣਾਉਣਾ ਬਣਾ ਲਓ, ਜੋ ਭਰਨਾ ਭਰ ਲਓ, ਜੋ ਕੱਢਣਾ ਕੱਢ ਲਓ। ਕਿੰਨੇ ਸਾਲ ਦੇ ਹੋਲਡ 'ਤੇ ਪਰਮਾਨੈਂਟ ਹੋਲਡ 'ਤੇ ਜਾਣਗੇ? ਕਿ ਮਿਆਦ ਹੈ ਕੋਈ? ਫਿਰ ਤਾਂ ਬਈ ਜੋ ਉਹਨਾਂ ਦੀ ਸਹਿਮਤੀ ਬਣ ਗਈ ਕਮੇਟੀ ਦੀ, ਕਿਸਾਨਾਂ ਦੀ ਕਮੇਟੀ ਹੈ, ਉਹਨਾਂ ਨੇ ਕਾਨੂੰਨ ਬਣਾਉਣਾ ਅਤੇ ਉਹ ਜੋ ਉਹਦੇ 'ਚ ਭਰਨਾ ਭਰ ਲੈਣ, ਜੋ ਕੱਢਣਾ ਕੱਢ ਲੈਣ। ਫਿਰ ਰੱਦ ਕਰਨ 'ਚ ਕੀ ਗੱਲ ਰਹਿ ਗਈ ਜੀ? ਕੋਈ ਖਾਲੀ ਗੱਲ ਰਹਿ ਗਈ? ਕੁਛ ਰੱਦ ਕਰਨਾ ਇੱਕ ਸ਼ਬਦ ਆ, ਪਰ ਰੱਦ ਤਾਂ ਹੋ ਹੀ ਗਿਆ ਨਾ। ਜਦੋਂ ਉਹਦੇ 'ਚ ਮੈਂ ਤੁਹਾਨੂੰ ਕਹਿ ਦਿਆਂ ਵੀ ਇਹ ਕਾਨੂੰਨ ਦੇ ਅੰਦਰ ਤੁਸੀਂ ਜੋ ਲਿਖਣਾ ਲਿਖ ਲਓ, ਜੋ ਭਰਨਾ ਭਰ ਲਓ, ਪਰ ਕਾਨੂੰਨ ਦੇ ਜਿਹੜੇ ਵਿਦਵਾਨ ਨੇ ਉਹਨਾਂ ਦੇ ਨਾਲ ਬੈਠ ਕੇ ਕਰ ਲਓ ਤਾਂ ਕਿ ਉਹ ਠੀਕ ਦਿਸ਼ਾ ਨੂੰ ਜਾਵੇ। ਇੰਨੀ ਗੱਲ ਹੀ ਹੈ। ਤੁਹਾਡੀ ਮਰਜ਼ੀ ਦਾ ਬਣਾ ਲਓ ਅਤੇ ਫਿਰ ਉਹਦੇ 'ਚ ਰੱਦ ਹੋਣ 'ਚ ਅਤੇ ਉਹਦੇ 'ਚ ਕੀ ਬਾਕੀ ਗੱਲ ਰਹਿ ਗਈ? ਕੋਈ ਗੱਲ ਤਾਂ ਨਹੀਂ ਰਹੀ। ਪਰ ਇਹਨਾਂ ਨੇ ਇੱਕ ਜਿੱਦ ਕੀਤੀ ਹੋਈ ਹੈ, ਕੜੀ ਫੜੀ ਹੋਈ ਹੈ। ਇਹਨਾਂ ਨੇ ਕੀ ਕਿਹਾ ਜਦੋਂ ਇਹਨਾਂ ਨੂੰ ਕਿਹਾ ਭਾਈ ਹੁਣ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ, ਹੁਣ ਇਹ ਅੰਦੋਲਨ ਨੂੰ ਰੱਦ ਕਰ ਦਿਓ। ਇਹੀ ਕਿਸਾਨ ਨੇਤਾ ਸਾਰੇ ਕੀ ਕਹਿੰਦੇ ਆ ਕਿ ਸਾਨੂੰ ਹਰਚੰਦ ਸਿੰਘ ਲੌਂਗੋਵਾਲ ਬਣਾਉਣਾ। ਅਸੀਂ ਤਾਂ ਲੋਕਾਂ ਨੂੰ ਸਮਝਾ ਕੇ ਲਿਆਏ ਸੀ ਅਸੀਂ ਕਾਨੂੰਨ ਰੱਦ ਕਰਾ ਕੇ ਆਵਾਂਗੇ, ਅਸੀਂ ਤਾਂ ਇਹ ਸ਼ਬਦ ਕਹਾਉਣਾ, ਨਹੀਂ ਸਾਨੂੰ ਉਹ ਮਾਰ ਦੇਣਗੇ। ਬਈ ਤੁਸੀਂ ਇਹੋ ਜਿਹੀਆਂ ਗਲਤੀਆਂ ਕਿਉਂ ਕਰਦੇ ਹੋ? ਤੁਹਾਡੀ ਕੋਈ ਜ਼ਿੰਮੇਵਾਰੀ ਹੈ, ਤੁਸੀਂ ਲੀਡਰ ਹੋ ਕਿਸਾਨਾਂ ਦੇ, ਤੁਹਾਡੀ ਕੋਈ ਜ਼ਿੰਮੇਵਾਰੀ ਹੈ। ਉਹ ਜ਼ਿੰਮੇਵਾਰੀ ਤੋਂ ਵੀ ਭੱਜ ਰਹੇ ਆ, ਕਿਸਾਨਾਂ ਨੂੰ ਗਲਤ ਦਿਸ਼ਾ ਦੇ ਰਹੇ ਆ, ਦੇਸ਼ ਦਾ ਨੁਕਸਾਨ ਕਰ ਰਹੇ ਆ, ਸਮਾਜ ਦਾ ਨੁਕਸਾਨ ਕਰ ਰਹੇ ਆ, ਔਰ ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ। ਅੱਛਾ ਭਾਰਤ ਇੱਕ ਹੁਣ ਨਵਾਂ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਾ ਰਿਹਾ ਜਿਸ ਵਿੱਚ ਰੇਲਵੇ ਟਰੈਕ ਵੀ ਬਣਨ ਜਾ ਰਹੇ ਨੇ, ਸੜਕਾਂ ਵੀ ਬਣਨ ਜਾ ਰਹੀਆਂ ਨੇ। ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਿਸਾਨਾਂ ਵੱਲੋਂ, ਜੋ 25,000 ਕਿਸਾਨ ਜਿਹੜਾ ਸੰਗਰੂਰ 'ਚ ਬੈਠਾ ਪ੍ਰੋਟੈਸਟ ਉੱਤੇ, ਉਹਨਾਂ ਜ਼ਮੀਨਾਂ ਜਿਹੜੀ ਕੁਐਲ ਕੀਤੀਆਂ ਜਾ ਰਹੀਆਂ ਨੇ, ਜਦ ਕਿ ਜ਼ਮੀਨਾਂ ਦੇਣਾ ਵੀ ਨਹੀਂ ਚਾਹੁੰਦੇ। ਜੇ ਜ਼ਮੀਨਾਂ ਦੇਣਾ ਚਾਹੁੰਦੇ ਨੇ ਫਿਰ ਪੂਰੀ ਜ਼ਮੀਨਾਂ ਨਹੀਂ ਲਈਆਂ ਜਾ ਰਹੀਆਂ। ਉਹ ਕਿਸਾਨ ਵੀ ਉਹੀ ਨੇ, 25,000 ਜੋ ਕਿਸਾਨ ਇਸ ਸਮੇਂ ਪ੍ਰੋਟੈਸਟ ਕਰ ਰਿਹਾ, ਉਹ ਵੀ ਕਹਿੰਦੇ ਨੇ ਕਿ ਸਾਡੀ ਖੇਤ ਵਿੱਚ ਕੋਈ ਪੈਰ ਨਹੀਂ ਰੱਖ ਸਕਦਾ, ਅਸੀਂ ਜ਼ਮੀਨਾਂ ਦੇਣਾ ਨਹੀਂ ਚਾਹੁੰਦੇ ਸਰਕਾਰ ਨੂੰ। ਨਹੀਂ, ਜ਼ਮੀਨਾਂ ਨਹੀਂ ਦੇਣਗੇ ਤਾਂ ਦੇਸ਼ ਦੀ ਡਿਵੈਲਪਮੈਂਟ ਕਿੱਦਾਂ ਹੋਏਗੀ? ਫਿਰ ਉਹਨੂੰ ਪੂਰਾ ਰੇਟ ਵੀ ਤਾਂ ਮਿਲਣਾ ਚਾਹੀਦਾ। ਰੇਟ ਵੀ ਤੁਸੀਂ ਆਪਣੀ ਮਨਮਰਜ਼ੀ ਦਾ ਦੇ ਦਿਓ ਉਹਨਾਂ ਨੂੰ। ਕੋਈ ਮਨਮਰਜ਼ੀ ਦਾ ਨਹੀਂ ਦੇ ਰਹੇ। MSP ਦੀ ਖਰੀਦ ਹੋ ਰਹੀ ਹੈ। ਮੈਂ MSP ਮੈਂ ਜ਼ਮੀਨਾਂ ਦੀ ਗੱਲ ਕਰ ਰਿਹਾ, ਫਸਲ ਦੀ ਗੱਲ ਨਹੀਂ ਕਰ ਰਿਹਾ। ਸਾਰਾ ਰੇਟ ਪੂਰਾ ਦੇ ਰਹੇ ਆ। ਕਿਸਾਨਾਂ ਦੀ 80% ਕਿਸਾਨ ਸਹਿਮਤ ਹੁੰਦੇ ਆ ਤਾਂ ਹੀ ਜ਼ਮੀਨ ਲਈ ਜਾਂਦੀ ਹੈ, ਨਹੀਂ ਤਾਂ ਜ਼ਮੀਨ ਨਹੀਂ ਲਈ ਜਾਂਦੀ। ਉਹਨਾਂ ਰੇਟ ਤਾਂ ਉਹੀ ਮਿਲਣਾ ਚਾਹੀਦਾ ਨਾ, ਰੇਟ ਹੀ ਨਹੀਂ ਮਿਲਦਾ ਪਿਆ ਉਹਨਾਂ ਨੂੰ। ਨਾ ਸਹਿਮਤ ਹੋਣ ਨਹੀਂ ਹੋਏਗੀ, ਐਕੁਜ਼ੀਸ਼ਨ ਹੀ ਨਹੀਂ ਹੋਏਗੀ। ਜੇ 80% ਕਿਸਾਨ ਸਹਿਮਤ ਨਹੀਂ ਹੋਣਗੇ ਉਸ ਤੋਂ ਬਿਨਾਂ ਐਕੁਜ਼ੀਸ਼ਨ ਨਹੀਂ ਹੁੰਦੀ। ਹੋ ਰਹੀਆਂ ਨੇ ਤਾਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ, ਬਾਰ-ਬਾਰ ਉਹੀ ਚੀਜ਼ ਦੀ ਗੱਲ ਕੀਤੀ ਜਾ ਰਹੀ ਵੀ ਸਾਨੂੰ ਸਰਕਾਰ ਧੱਕੇ ਨਾਲ ਕਹਿ ਰਹੀ ਹੈ ਅਸੀਂ ਤਾਂ ਰੇਲਵੇ ਟਰੈਕ ਬਣਾਉਣਾ, ਅਸੀਂ ਇੱਥੋਂ ਦੀ ਸੜਕਾਂ ਬਣਾਉਣੀਆਂ, ਸਾਨੂੰ ਜ਼ਮੀਨ ਦਿਓ। ਸੜਕਾਂ ਅਤੇ ਰੇਲਵੇ ਟਰੈਕ ਤਾਂ ਬਣਨੇ ਹੀ ਨੇ, ਪਰ ਉਹਨਾਂ ਦੀ ਕੋਈ ਜੈਨੂਇਨ ਗੱਲ ਹੋਏਗੀ, ਜ਼ਰੂਰ ਸਰਕਾਰ ਉਹਨੂੰ ਐਡਰੈਸ ਕਰੇਗੀ। ਅੱਛਾ, ਇਹ ਪਹਿਲਾਂ ਜਦੋਂ ਸਰਕਾਰ ਜ਼ਮੀਨ ਲੈਂਦੀ ਸੀ ਕਿਸੇ ਕਿਸਾਨ ਦੀ, ਕਿਸੇ ਵਰਗ ਦੀ, ਵਿੱਚ ਬਿਠਾਇਆ ਜਾਂਦਾ ਸੀ ਕਿਸਾਨ ਨੂੰ। ਹੁਣ ਕਿਸਾਨ ਨੂੰ ਵਿੱਚ ਬਿਠਾਇਆ ਨਹੀਂ ਜਾ ਰਿਹਾ, SDM ਦੇ ਹੱਥ ਵਿੱਚ ਡੋਰ ਵਾਂਗ ਦੇ ਦਿੱਤੀ ਹੈ। ਲੱਗਦਾ ਕਿ ਘਾਤਕ ਹੈ। ਬਿਠਾਇਆ ਜਾਂਦਾ, ਸਭ ਕੁਛ ਹੁੰਦਾ, ਉਹ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਜਿਹੜੀ ਹੈਗੀ ਆ। ਇਸ ਤਰ੍ਹਾਂ ਦੀ ਜ਼ਬਰਦਸਤੀ ਕਿਤੇ ਵੀ ਨਹੀਂ ਹੋ ਰਹੀ।
ਫਿਰ ਜੇ ਅੱਜ ਪ੍ਰੈਸ ਕਾਨਫਰੰਸ ਕਰਦੇ ਨੇ ਫਿਰ ਕਿਸਾਨ ਕਿਉਂ ਕਰਦੇ ਨੇ? ਅੱਜ ਲਗਾਤਾਰ ਇਹ ਗੱਲ ਤੱਕਦੇ ਨੇ ਕਿ ਅਸੀਂ ਮਨਮਤਾ ਤੇ ਵੀ ਬੈਠ ਜਾਾਂਗੇ, ਪਰ ਜ਼ਮੀਨਾਂ ਨਹੀਂ ਦੇਣੀਆਂ ਸਰਕਾਰ ਨੂੰ। ਚਲੋ ਉਹਨਾਂ ਦੀ ਇੱਛਾ ਹੈਗੀ ਆ, ਉਹਨਾਂ ਨੂੰ ਕੋਈ ਰੋਕਦਾ ਨਹੀਂ ਹੈ। ਹਰ ਕਿਸੇ ਨੂੰ ਅੰਦੋਲਨ ਕਰਨ ਦਾ ਅਧਿਕਾਰ ਆ, ਉਹ ਦੱਸਣ ਆਪਦੀ ਗੱਲ, ਸਰਕਾਰ ਉਸ ਨੂੰ ਐਡਰੈਸ ਕਰੇਗੀ। ਕੋਈ ਪ੍ਰੋਬਲਮ ਜੈਨੂਅਨ ਹੋਏਗੀ ਤਾਂ, ਤੇ ਬਿਨਾਂ ਹੀ ਗੱਲਬਾਤ ਤੋਂ ਤੁਸੀਂ ਸਰਕਾਰ ਦੇ ਖਿਲਾਫ ਲੱਗੇ ਰਹੋ, ਉਹ ਵੀ ਠੀਕ ਨਹੀਂ ਹੈ। ਮੇਰਾ ਇੱਕ ਆਖਰੀ ਸਵਾਲ ਹੈ ਕਿ SGPC ਨੇ ਹੁਣ ਤੁਹਾਡੇ ਗੱਲ ਤਾਂ ਨਹੀਂ ਮੰਨੀ, ਤੁਸੀਂ ਚਿੱਠੀ ਲਿਖੀ ਸੀ, ਚਿੱਠੀ ਲਿਖਣ ਦਾ ਲੱਗਦਾ ਕੋਈ ਫਾਇਦਾ ਨਹੀਂ ਹੋਇਆ, ਬੀਬੀ ਜਗੀਰ ਕੌਰ ਨੇ ਪਲਟ ਕੇ ਜਵਾਬ ਦੇ ਦਿੱਤਾ। ਹੁਣ ਕੀ ਕਰੋਗੇ ਜੇ SGPC ਲਗਾਤਾਰ ਹੀ ਆਪਣਾ ਉੱਥੇ ਸੰਗਤਾਂ ਨੂੰ ਜੋ ਵੀ ਤੁਸੀਂ ਚੀਜ਼ਾਂ ਕਹਿ ਦਿਓ ਸਮਾਨ ਭੇਜਦੀ, ਜੇ ਭੇਜਦੀ ਤਾਂ? ਦੇਖੋ, ਇਹ ਫੈਸਲਾ ਸੰਗਤਾਂ ਨੇ ਕਰਨਾ। ਮੈਂ ਤਾਂ ਸੰਗਤਾਂ ਦੀ ਕਚਹਿਰੀ 'ਚ ਰੱਖਿਆ। ਬੀਬੀ ਜਗੀਰ ਕੌਰ ਨੂੰ ਪੱਤਰ ਲਿਖਣ ਦਾ ਮਤਲਬ ਇਹ ਸੀ ਕਿ ਸੰਗਤਾਂ ਇਸ ਗੱਲ ਤੋਂ ਜਦੋਂ ਮੀਡੀਆ 'ਚ ਆਏਗਾ ਜਾਣੂ ਹੋ ਜਾਣਗੀਆਂ ਵੀ ਆਹ ਵੀ ਆਬਜੈਕਸ਼ਨ ਹੈ, ਤੇ ਉਹ ਜੇ ਬੀਬੀ ਜੀ ਕਰਨਗੇ ਤਾਂ ਇਹ ਧੱਕਾ ਜ਼ਿਆਦਾ ਦਿਨ ਨਹੀਂ ਚੱਲਦਾ ਹੁੰਦਾ। ਸੰਗਤਾਂ ਨੇ ਖੜੇ ਹੋ ਜਾਣਾ, ਅਗਲੀ ਵਾਰ ਕਮੇਟੀ ਬਦਲ ਦੇਣਗੇ ਲੋਕ, ਅਗਲੀ ਵਾਰ ਮੈਂਬਰ ਬਦਲ ਲੈਣਗੇ। ਇਹ ਤਾਂ ਪਬਲਿਕ ਨੇ ਦੇਖਣਾ, ਇਹ ਸੰਗਤ ਨੇ ਦੇਖਣਾ। ਤੁਹਾਡੀ ਤੁਸੀਂ ਚਿੱਠੀ ਲਿਖੀ, ਤੁਹਾਡਾ ਵਿਰੋਧ ਬੜਾ ਹੋ ਰਿਹਾ ਕਿ ਗਰੇਵਾਲ ਸਾਹਿਬ ਨੂੰ ਚਿੱਠੀ ਲਿਖਣੀ ਚਾਹੀਦੀ ਸੀ, ਤੁਸੀਂ ਵੀ ਇੱਕ ਸਿੱਖ ਹੋ, ਨਹੀਂ ਲਿਖਣੀ ਚਾਹੀਦੀ ਸੀ, ਲੋਕ ਹੁਣ ਵਿਰੋਧ ਕਰਦੇ ਨੇ। ਕੌਣ ਵਿਰੋਧ ਕਰ ਰਿਹਾ? ਕੌਣ ਵਿਰੋਧ? ਕਿਸਾਨ ਹੀ ਵਿਰੋਧ ਕਰਦੇ ਨੇ ਇਸ ਚੀਜ਼ ਲੈ ਕੇ ਵੀ ਕਿਉਂ ਚਿੱਠੀ ਲਿਖੀ। ਕਿਸਾਨ ਉਹੀ ਲੀਡਰ ਜਿਹੜੇ ਮਾਓਵਾਦੀ ਨੇ ਉਹ ਕਰਦੇ ਆ, ਉਹ ਜਿਨ੍ਹਾਂ ਨੇ ਕਰਨਾ ਹੀ ਆ, ਉਹਨਾਂ ਨੂੰ ਤਾਂ ਮੇਰੇ ਹਾਰ ਕਦੇ ਵੀ ਨਹੀਂ ਪਾਉਣੇ। ਠੀਕ ਹੈ ਗੱਲ, ਮੈਨੂੰ ਉਸ ਚੀਜ਼ ਦੀ ਪਰਵਾਹ ਨਹੀਂ। ਮੈਂ ਤਾਂ ਪਬਲਿਕ 'ਚ ਗੱਲ ਰੱਖੀ ਹੈ। ਮੈਂ ਕੋਈ ਇਹ ਥੋੜ੍ਹਾ ਕੀਤਾ ਕਿ ਮੈਂ ਉਹਨਾਂ ਦਾ ਕੋਈ ਹੱਕ ਖੋਲ੍ਹਿਆ ਜਾਂ ਉਹਨਾਂ ਦਾ ਕੁਛ ਰੋਕਤਾ। ਜੋ ਗੁਰੂ ਦੇ ਸਿਧਾਂਤ ਨੇ ਉਸ 'ਤੇ ਜੋ ਮੈਨੂੰ ਜਿੰਨੀ ਕੁ ਸਮਝ ਆ ਮੈਂ ਉਹ ਲਿਖਿਆ ਹੈਗਾ, ਸੰਗਤਾਂ ਦੇ ਉਹਦੇ 'ਚ ਲਿਆਂਦਾ। ਸੰਗਤਾਂ ਜੋ ਫੈਸਲਾ ਕਰਨਗੀਆਂ ਮਨਜ਼ੂਰ ਆ। ਤੁਸੀਂ ਉਹਨੇ ਗੱਲ ਕਰਦੀ ਸੀ ਕਿ ਬੈਠ ਕੇ ਗੱਲ ਕਰ ਲਓ, ਕਾਨੂੰਨ ਜੋ ਹੈਗਾ ਉਹ 'ਚ ਕਿਸਾਨ ਗੱਲ ਰੱਖ ਲੈਣ, ਜਥੇਬੰਦੀਆਂ ਗੱਲ ਰੱਖ ਲੈਣ। ਤੁਸੀਂ ਉਹਨੇ ਇੱਕ ਜ਼ਿਕਰ ਕੀਤਾ ਸੀ ਕਿ ਕਾਨੂੰਨ ਜਿਹੜਾ ਹੈਗਾ ਰੱਦ ਤਾਂ ਨਹੀਂ, ਤੁਸੀਂ ਹੁਣ ਵੀ ਸ਼ਬਦ ਬੈਠ ਵੀ ਰੱਦ ਨਹੀਂ ਹੋਣੇ, ਉਹਦੇ 'ਚ ਕੁਛ ਨਾ ਕੁਛ ਪਾਇਆ ਜਾ ਸਕਦਾ। ਕੋਈ ਕਿਸਾਨਾਂ ਦੀ ਗੱਲਾਂ ਪਾਈ ਜਾ ਸਕਦੀਆਂ, ਕੋਈ ਸਰਕਾਰ ਦੀਆਂ ਗੱਲਾਂ ਪਾਈ ਜਾ ਸਕਦੀਆਂ। ਕਰ ਲਓ ਕਿਸਾਨਾਂ ਨਾਲ ਗੱਲ। ਇਹ ਮਾਓਵਾਦੀ ਨਹੀਂ ਮੰਨਦੇ ਹੈਗੇ, ਇਹ ਤਾਂ ਦੰਗੇ ਕਰਾਉਣੇ ਚਾਹੁੰਦੇ ਆ, ਦੇਸ਼ 'ਚ ਨੁਕਸਾਨ ਕਰਨਾ ਚਾਹੁੰਦੇ ਆ। ਜਿਹੜੇ ਜੈਨੂਅਨ ਕਿਸਾਨ ਨੇ ਉਹ ਮੰਨ ਜਾਣਗੇ। ਤੁਹਾਨੂੰ ਮੈਂ ਅੱਜ ਦੱਸਦਾ ਇੱਕ ਚੀਜ਼, ਜਿੱਦਣ ਇਹ ਜਿਹੜੇ ਕਿਸਾਨ ਸੜਕਾਂ 'ਤੇ ਬੈਠੇ ਗਏ, ਇਹਨਾਂ ਨੂੰ ਸਮਝ ਆ ਗਿਆ ਕਿ ਸਾਨੂੰ ਇਹ ਗਲਤ ਗੱਲਾਂ ਤੇ ਗਲਤ ਦਿਸ਼ਾ ਦੇ ਰਹੇ ਸੀ, ਉਹ ਫਿਰ ਇਹਨਾਂ ਦੇ ਪਿੱਛੇ ਵੀ ਇੱਦਾਂ ਹੀ ਪੈਣੇ ਆ, ਅਤੇ ਇਹਨਾਂ ਨੂੰ ਘਰਾਂ 'ਚੋਂ ਲੱਭ ਕੇ ਕੁੱਟਣਗੇ। ਉਹ ਇਹ ਭੱਜਿਆਂ ਨੂੰ ਰਸਤਾ ਨਹੀਂ ਲੱਭਣਾ ਇਹਨਾਂ ਨੂੰ, ਆ ਮਾਓਵਾਦੀਆਂ ਨੂੰ ਅਤੇ ਕਮਿਊਨਿਸਟਾਂ ਨੂੰ। ਤੁਸੀਂ ਗੱਲ ਕਰਾ ਸਕਦੇ ਹੋ ਜਥੇਬੰਦੀਆਂ ਦੀ BJP ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿਤੇ? ਤੁਸੀਂ ਜੋ ਡੈਡ ਲੋਕ ਆ ਗਿਆ ਇੱਕ, ਤੁਸੀਂ ਗੱਲ ਕਰਾ ਸਕਦੇ ਹੋ? ਜਦੋਂ ਕਹੋ ਕਰਵਾ ਦਿੰਦੇ ਆ। ਕੋਈ ਗੱਲ ਦੱਸਣ ਤਾਂ ਸਹੀ, ਨਵੀਂ ਪ੍ਰਪੋਜ਼ਲ ਕੀ ਹੈ ਇਹਨਾਂ ਦੀ, ਕਿਸ ਗੱਲ ਤੇ ਮੰਨਣਾ ਚਾਹੁੰਦੇ? ਰੱਦ ਦੀ ਅੜੇ ਹੋਣਾ, ਉਹ ਨਹੀਂ ਹੋਣਾ। ਸਪਸ਼ਟ ਜਵਾਬ ਹੀ ਨਹੀਂ ਹੋਣਾ। ਉਹ ਰੱਦ ਵਾਲੀ ਹੀ ਗੱਲ ਆ। ਇਹ ਜਾਣ ਬੁੱਝ ਕੇ ਜਿੱਦ ਕਰ ਰਹੇ ਆ, ਅੜੀ ਕਰ ਰਹੇ ਆ। ਉਹ ਇਹਨਾਂ ਦੀ ਅੜੀ ਨਹੀਂ ਪੂਰੀ ਹੋਣੀ। ਤਾਂ ਲੱਗਦਾ ਫਿਰ ਇਸੇ ਕਿਸਾਨਾਂ ਦੇ ਕਾਰਨ ਪੂਰੇ ਭਾਰਤ ਵਿੱਚ BJP ਦਾ ਵਿਰੋਧ ਹੋ ਰਿਹਾ। ਤੁਸੀਂ ਹੁਣ ਖੁਦ ਕਹਿੰਦੇ ਸੀ ਕਲਕੱਤਾ ਜਾ ਰਹੇ ਹੋ, ਕਿਉਂਕਿ ਆਗੂ ਅੱਜ ਵੀ ਪ੍ਰੈਸ ਕਾਨਫਰੰਸ ਹੋਈ, ਅੱਜ ਵੀ ਕਹਿ ਦਿੰਦੇ ਅਸੀਂ ਵਿਰੋਧ ਕਰਾਂਗੇ ਲਗਾਤਾਰ ਪੂਰੇ ਭਾਰਤ। ਇਹ 10 ਬੰਦਿਆਂ ਨੂੰ ਕੌਣ ਪੁੱਛਦਾ? ਇਹ ਕਮਿਊਨਿਸਟਾਂ ਦਾ ਇੱਕ ਤਰੀਕਾ ਹੁੰਦਾ। ਇਹਨਾਂ ਨੇ ਇੱਕ ਬੰਦਾ, ਮੈਂ ਹੁਣ ਇੱਥੇ ਤੁਹਾਡਾ ਲਿਖ ਕੇ ਇੱਕ ਤਖਤੀ ਲਾ ਦਿੰਦਾ ਕਿ ਤੁਹਾਡਾ ਸਮਾਜਿਕ ਬਾਈਕਾਟ ਕਿਹਨੇ ਕੀਤਾ? ਇਹ ਸਾਰੇ ਲੋਕਾਂ ਨੇ ਨਹੀਂ ਕੀਤਾ, ਮੈਂ ਹੀ ਲਿਖ ਕੇ ਲਾਇਆ। ਇਹ ਕਮਿਊਨਿਸਟਾਂ ਦੀ ਮਾਨਸਿਕਤਾ ਹੁੰਦੀ ਹੈ। ਇਹ ਸਾਡਾ ਕਹਿੰਦੇ ਸਮਾਜਿਕ ਬਾਈਕਾਟ ਕਰਾਂਗੇ, ਕਿਸੇ ਇੱਕ ਨੇ ਵੀ ਨਹੀਂ ਸਾਡਾ ਬਾਈਕਾਟ ਕੀਤਾ। ਅਸੀਂ ਤਾਂ ਸਮਾਜ 'ਚ ਉੱਦਾਂ ਹੀ ਵਿਚਰ ਰਹੇ ਹਾਂ, ਉੱਦਾਂ ਦੀ ਗੱਲ ਆ ਸਾਰੀ। ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਇਹਨਾਂ ਦੇ ਜਿਹੜੇ ਡਿਜ਼ਾਈਨ ਨੇ ਨਾ, ਜਿਹੜੇ ਇਹਨਾਂ ਦੇ ਤੌਰ ਤਰੀਕੇ ਆ, ਉਹਨਾਂ ਨੂੰ ਅਸੀਂ ਫੇਲ ਕਰਨਾ, ਇਸ ਸਮਾਜ ਦੇ ਅੰਦਰ ਦੱਸਣਾ ਕਿ ਇਹ ਸਮਾਜ ਦੇ ਲਈ ਸਹੀ ਲੋਕ ਨਹੀਂ ਹੈ, ਇਹਨਾਂ ਨੂੰ ਰਿਜੈਕਟ ਕਰੋ। ਇਹ ਰਿਜੈਕਟ ਹੋਣਗੇ ਸਾਰੇ। ਨਹੀਂ, ਰਾਏਪੁਰ ਵਿੱਚ ਵੀ ਤੁਹਾਡੇ ਖਿਲਾਫ ਬੋਰਡ ਲਗਾ ਦਿੱਤੇ ਗਏ ਸੀ ਵੀ ਹਰਜੀਤ ਗਰੇਵਾਲ ਨੂੰ ਪਿੰਡ 'ਚ ਨਹੀਂ ਵੜਨ ਦੇਣਾ, ਤੁਸੀਂ ਖੁਦ ਕੀਤਾ ਸੀ। ਕਿਹਨੇ ਰੋਕਿਆ ਮੈਨੂੰ? ਮੈਂ ਤੁਰਿਆ ਤਾਂ ਫਿਰਦਾ ਰਹਿਣਾ ਰੋਜ਼, ਕੱਲ੍ਹ ਵੀ ਉੱਥੇ ਹੀ ਸੀ। ਇਹੀ ਜੀ ਕੋਈ ਗੱਲ ਨਹੀਂ ਹੈ। ਇਹ 2-4 ਬੰਦੇ ਲਿਖ ਕੇ, ਮੈਂ ਤੁਹਾਨੂੰ ਦੱਸਦਾ, ਤਖਤੀਆਂ ਤੁਹਾਡੀਆਂ ਮੈਂ ਸਾਰੇ ਲਵਾ ਦਿੰਦਾ। ਬਈ ਪੈਸਾ ਹੀ ਹੈ, ਪੈਸਾ ਤਾਂ ਲੋਕਾਂ ਤੋਂ ਇਕੱਠਾ ਕਰ ਲਿਆ ਇਹਨਾਂ ਨੇ। ਕਿਸੇ ਤੋਂ 2000 ਰੁਪਏ ਏਕੜ, ਕਿਸੇ ਤੋਂ 200 ਰੁਪਏ ਏਕੜ, ਕਿਸੇ ਨੂੰ ਕੁਛ ਕਰਕੇ। ਬਾਕੀ ਬੀਬੀ ਜਗੀਰ ਕੌਰ ਬੈਠੀ ਹੈ ਦੇਣ ਨੂੰ, ਠੀਕ ਹੈ ਨਾ ਗੱਲ। ਉਹ ਗੁਰਦੁਆਰਿਆਂ ਦਾ ਪੈਸਾ ਦੇਣ ਨੂੰ ਬੈਠੀ ਹੈ, ਅਤੇ ਉਹ ਬੋਰਡ ਸਾਡੇ ਖਿਲਾਫ ਹੀ ਲਵਾਉਣੇ। ਹੋਰ ਇਹਨਾਂ ਨੇ ਕੀ ਕਰਨਾ ਹੈਗਾ? ਉਹਦੇ ਨਾਲ ਸਾਡਾ ਕੁਝ ਨਹੀਂ ਵਿਗੜਦਾ। ਤਾਂ ਲੱਗਦਾ ਕਿ ਬੀਬੀ ਜਗੀਰ ਕੋਈ ਬੋਰਡ ਲਵਾ ਦੇਣੇ, ਪੈਸੇ ਉਹ ਦੇ ਦੇਣੇ। ਬਈ ਸ਼ਹਿ ਦੇ ਰਹੇ ਆ, ਸਭ ਕੁਝ ਕਰ ਰਹੇ ਆ। ਉਹ ਇਹ ਸਾਰੇ ਲੋਕ ਲੱਗੇ ਹੋਏ ਆ। ਕਿਸ ਦੀ ਸ਼ਹਿ 'ਚ ਲਵਾ ਦੇਣੀ ਬੀਬੀ ਜਗੀਰ? ਕੈਪਟਨ ਅਮਰਿੰਦਰ ਸਿੰਘ ਵੀ ਲੱਗੇ ਹੋਏ ਆ, ਉਹ ਵੀ ਕਰ ਰਹੇ ਆ। ਅਤੇ ਬੀਬੀ ਜਗੀਰ ਕੋਈ ਕਿਸੇ ਦੀ ਸ਼ਹਿ ਦੇ ਉੱਤੇ ਪੈਸੇ ਦੇ ਕੇ ਬੋਰਡ ਲਗਾ ਦੇਣੇ ਵੀ ਪਿੰਡਾਂ 'ਚ ਵੜਨ ਦੇਣਾ? ਉਹ ਤਾਂ ਉਹਨਾਂ ਨੂੰ ਪਤਾ ਹੋਊਗਾ, ਉਹਨਾਂ ਕੋਲ ਪੁੱਛ ਲਿਓ। ਤੁਸੀਂ ਨਵੀਂ ਚੀਜ਼ ਚਰਚਾ ਛੇੜ ਦਿੱਤੀ ਹੈ ਇਸ ਚੀਜ਼ ਲੈ ਕੇ। ਸਾਡੇ ਖਿਲਾਫ ਸਾਜ਼ਿਸ਼ ਹੈ ਇਹ, BJP ਦੇ ਖਿਲਾਫ ਅਤੇ ਮੋਦੀ ਜੀ ਦੇ ਖਿਲਾਫ ਇੱਕ ਚਿਹਰਾ ਖਰਾਬ ਕਰਨ ਦੀ ਸਾਜ਼ਿਸ਼ ਹੈ। ਕਿਸਾਨ ਦਾ ਮੋਢਾ ਇਹਨਾਂ ਨੂੰ ਲੱਭ ਗਿਆ, ਉਹਦਾ ਇਸਤੇਮਾਲ ਕਰ ਰਹੇ ਆ। ਉਹ ਭੋਲਾ ਭਾਲਾ ਹੈਗਾ, ਅਤੇ ਉਹ ਇਹਨਾਂ ਦੀ ਇੱਕ ਸਾਜ਼ਿਸ਼ ਹੈ।
ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਸਾਨੂੰ ਮੌਜੂਦ ਸਨ ਬੀਜੇਪੀ ਦੇ ਲੀਡਰ ਜੋ ਕਿ ਪੰਜਾਬ ਤੋਂ ਨੇ ਹਰਜੀਤ ਗਰੇਵਾਲ। ਇੱਕ ਚਿੱਠੀ ਲਿਖੀ ਸੀ, ਚਿੱਠੀ ਵਿੱਚ ਗੱਲ ਕਹੀ ਗਈ ਸੀ ਕਿ ਜੋ SGPC ਆਪਣਾ ਸਮਾਨ ਦੇ ਰਹੀ ਹੈ, ਲੰਗਰ ਨੂੰ ਛੱਡ ਕੇ, ਲੰਗਰ 'ਤੇ ਕੋਈ ਵੀ ਆਬਜੈਕਸ਼ਨ ਨਹੀਂ ਹੈ, ਜਿਵੇਂ ਪੱਖੇ ਦੀ ਗੱਲ ਕਰ ਲਈਏ ਜਾਂ ਹੋਰ ਚੀਜ਼ਾਂ ਦੇ ਰਹੀ ਹੈ, ਉਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਉੱਥੇ, ਕਿਉਂਕਿ ਕਿਤੇ ਨਾ ਕਿਤੇ ਤਾਜ ਜਿਤਾਇਆ ਸੀ ਇਹਨਾਂ ਨੇ। ਪਲਟ ਕੇ ਬੀਬੀ ਜਗੀਰ ਕੌਰ ਨੇ ਵੀ ਇਹ ਗੱਲ ਕਹੀ ਹੈ ਕਿ ਆਪਣਾ ਕੰਮ ਨਾਲ ਕੰਮ ਰੱਖਣ। ਹਰਜੀਤ ਗਰੇਵਾਲ ਨੂੰ ਚੀਜ਼ ਕਹੀ ਗਈ ਹੈ, ਪ੍ਰੈਸ ਨੋਟ ਬਕਾਇਦਾ ਜਾਰੀ ਕੀਤਾ ਗਿਆ। ਹੁਣ ਦੇਖਾਂਗੇ ਕਿਹੜੇ ਪਾਸੇ ਗੱਲ ਜਾਂਦੀ ਹੈ। ਪਰ ਹਰਜੀਤ ਗਰੇਵਾਲ ਨੇ ਅੱਜ ਫਿਰ ਗੱਲ ਸਾਫ਼ ਕਰ ਦਿੱਤੀ ਕਿ ਬਿੱਲ ਰੱਦ ਨਹੀਂ ਹੋਣਗੇ। ਕਿਸਾਨ ਅਲੱਗ-ਅਲੱਗ ਤਰੀਕੇ ਦੇ ਨਾਲ ਪੂਰੇ ਭਾਰਤ ਵਿੱਚ ਜਾ ਰਹੇ ਨੇ, ਆਗੂ ਜਾ ਰਹੇ ਨੇ, ਵਿਰੋਧ ਕਰ ਰਹੇ ਨੇ ਬੀਜੇਪੀ ਦਾ, ਪਰ ਇਹ ਕਹਿ ਰਹੇ ਨੇ ਕਿ ਚੈਲੰਜ ਕਰ ਰਹੇ ਨੇ ਕਿ ਜਿੰਨਾ ਮਰਜ਼ੀ ਵਿਰੋਧ ਕਰ ਲਓ, ਸਾਡੀ ਸਰਕਾਰ ਕਲਕੱਤੇ ਵਿੱਚ ਵੀ ਬਣੇਗੀ। ਪੰਜਾਬ ਨਿਊਜ਼ ਦੇ ਨਾਲ ਜੁੜੇ ਰਹਿਣਾ, ਤੁਹਾਨੂੰ ਪਲ ਪਲ ਦੀ ਅਸੀਂ ਖਬਰ ਦਿੰਦੇ ਰਹਾਂਗੇ।